तिन हरि चंद पृथ्वी पत राजे कागद कीम न पाई। अवगण जाने ता पुन करे क्यों क्यों ने खासे बिकाई। प्रभाती महला पहला। सूरज वंश का 28वां राजा हरिचंद होया, जो राजा त्रिशंकु का पुत्र सी। पुराणा विच बड़ा ही दानी ते सत्यावादी लिखिया। मारकंडे पुराण विच इहदी कथा बड़े विस्तार नाल आई है, जिहदा सार अंश है कि राजा हरिचंद जी सतयुग विच होए, जो सत्यानिष्ठ दे दानवीर। उन्हां दा जस तीन लोकां विच फैलिया होया। उन्हां दे दान धार दी महिमा देवराज इंद्र ने भी सुनी ते उहदे मन विच ईर्खा जाग पई। ਉਹ ਆਪਣੇ ਸੁਭਾਅ ਅਨੁਸਾਰ ਹਰੀਚੰਦ ਦੀ ਮਹਿਮਾ ਨੂੰ ਸਹਾਰ ਨਾ ਸਕਿਆ। ਈਰਖਾ ਦੀ ਅੱਗ ਦਬਾਉਣ ਨਾਲ ਦਬਦੀ ਨਹੀਂ, ਇਸ ਲਈ ਦੇਵੇਂਦਰ ਨੇ ਹਰੀਚੰਦ ਨੂੰ ਹੇਠੀ ਵਿਖਾਉਣ ਦਾ ਪ੍ਰਣ ਕਰ ਲਿਆ। ਇੱਕ ਦਿਨ ਦੇਵਰਖੀ ਨਾਰਦ ਜੀ ਫਿਰਦੇ ਫਿਰਦੇ ਦੇਵਲੋਕ ਵਿੱਚ ਆ ਗਏ। ਇੰਦਰ ਨੇ ਉਹਨਾਂ ਦਾ ਬਹੁਤ ਆਦਰ ਸਤਿਕਾਰ ਕੀਤਾ। ਫਿਰ ਗੱਲਾਂ ਹੀ ਗੱਲਾਂ ਵਿੱਚ ਹਰੀਚੰਦ ਦੀ ਚਰਚਾ ਛਿੜ ਪਈ। ਨਾਰਦ ਜੀ ਨੇ ਹਰੀਚੰਦ ਜੀ ਦਾ ਬੜਾ ਜਸ ਵਰਣਨ ਕੀਤਾ। ਨਾਰਦ ਜੀ ਦੀਆਂ ਗੱਲਾਂ ਨੇ ਇੰਦਰ ਦੀ ਈਰਖਾ ਅਗਨੀ ਨੂੰ ਭੜਕਾਉਣ ਵਾਸਤੇ ਘਿਓ ਦੀ ਆਹੂਤੀ ਦਾ ਕੰਮ ਕੀਤਾ। ਨਾਰਦ ਜੀ ਇੰਦਰ ਦੇ ਮਨ ਦੇ ਬੁਰੇ ਇਰਾਦੇ ਨੂੰ ਤਾੜ ਗਏ, ਇਸ ਲਈ ਉਹ ਹੋਰ ਵੀ ਹਰੀਚੰਦ ਦੀ ਬਹੁਤ ਸਾਰੀ ਵਧਾ ਕੇ ਵਡਿਆਈ ਕਰਨ ਲੱਗ ਪਏ। ਨਾਰਦ ਜੀ ਜਾਣਾ ਹੀ ਚਾਹੁੰਦੇ ਸਨ ਕਿ ਇੰਨੇ ਚਿਰ ਨੂੰ ਵਿਸ਼ਵਾਮਿੱਤਰ ਜੀ ਵੀ ਉੱਥੇ ਆ ਗਏ। ਆਦਰ ਸਤਿਕਾਰ ਮਗਰੋਂ ਨਾਰਦ ਜੀ ਤਾਂ ਚਲੇ ਗਏ ਤੇ ਇੰਦਰ ਤੇ ਵਿਸ਼ਵਾਮਿੱਤਰ ਜੀ ਆਪਸ ਵਿੱਚ ਗੱਲੀਂ ਜੁਟ ਗਏ। ਵਿਸ਼ਵਾਮਿੱਤਰ ਨੇ ਇੰਦਰ ਕੋਲੋਂ ਕ੍ਰੋਧ ਦਾ ਕਾਰਨ ਪੁੱਛਿਆ। ਪੁੱਛਣਯੋਗ ਵੀ ਸੀ, ਕਿਉਂਕਿ ਉਹਦੇ ਚਿਹਰੇ ਤੋਂ ਉਹਦੇ ਮਨ ਦਾ ਇਰਾਦਾ ਪ੍ਰਗਟ ਹੋ ਰਿਹਾ ਸੀ। ਉਹਦੇ ਉੱਤਰ ਵਿੱਚ ਇੰਦਰ ਨੇ ਹਰੀਚੰਦ ਰਾਜੇ ਦੀਆਂ ਗੱਲਾਂ ਦੱਸ ਕੇ ਵਿਸ਼ਵਾਮਿੱਤਰ ਜੀ ਨੂੰ ਭੜਕਾਇਆ ਤੇ ਕਿਹਾ, ਹਰੀਚੰਦ ਦੀ ਪ੍ਰੀਖਿਆ ਜ਼ਰੂਰ ਕਰਨੀ ਹੈ। ਵਿਸ਼ਵਾਮਿੱਤਰ ਜੀ ਜਿੰਨੇ ਕੋ ਸਰਲ ਚਿੱਤ ਸਨ, ਉਨੇ ਹੀ ਕ੍ਰੋਧੀ ਵੀ। ਉਹਨਾਂ ਨੇ ਦੇਵਰਾਜ ਇੰਦਰ ਦੇ ਕੰਮ ਵਿੱਚ ਆਪਣੀ ਸਲਾਹ ਹੀ ਨਾ ਦਿੱਤੀ, ਸਗੋਂ ਪ੍ਰੀਖਿਆ ਕਰਨ ਦਾ ਜ਼ਿੰਮਾ ਆਪ ਹੀ ਚੁੱਕ ਲਿਆ। ਇਸ ਲਈ ਇੰਦਰ ਦਾ ਮਨ ਬੜਾ ਪ੍ਰਸੰਨ ਹੋ ਗਿਆ। ਦੂਜੇ ਹੀ ਦਿਨ ਵਿਸ਼ਵਾਮਿੱਤਰ ਜੀ ਬਾਹਮਣ ਦੇ ਰੂਪ ਵਿੱਚ ਹਰੀਚੰਦ ਦੇ ਦਰਬਾਰ ਵਿੱਚ ਪਹੁੰਚ ਗਏ। ਦਵਾਰਪਾਲ ਦੇ ਖਬਰ ਦਿੰਦਿਆਂ ਹੀ ਰਾਜਾ ਹਰੀਚੰਦ ਜੀ ਨੇ ਬ੍ਰਾਹਮਣ ਰੂਪਧਾਰੀ ਵਿਸ਼ਵਾਮਿੱਤਰ ਨੂੰ ਝੱਟ ਰਾਜ ਭਵਨ ਵਿੱਚ ਬੁਲਾਇਆ ਤੇ 16 ਪ੍ਰਕਾਰ ਨਾਲ ਸੇਵਾ ਪੂਜਾ ਕਰਕੇ ਸੁੰਦਰ ਆਸਨ ਤੇ ਬਿਠਾਇਆ ਤੇ ਫਿਰ ਹੱਥ ਜੋੜ ਕੇ ਆਉਣ ਦਾ ਕਾਰਨ ਪੁੱਛਿਆ। ਵਿਸ਼ਵਾਮਿੱਤਰ ਨੇ ਹਰੀਚੰਦ ਦੇ ਦਾਨ ਧਾਰਾ ਦੀ ਪ੍ਰਸ਼ੰਸਾ ਕਰਦਿਆਂ ਹੋਇਆ ਉਸ ਤੋਂ ਸਾਰੇ ਰਾਜ ਦਾ ਦਾਨ ਮੰਗਿਆ। ਹਰੀਚੰਦ ਨੇ ਉਸੇ ਵੇਲੇ ਖੁਸ਼ੀ ਨਾਲ ਸਾਰਾ ਰਾਜ ਬਾਹਮਣ ਦੇਵਤੇ ਨੂੰ ਦਾਨ ਕਰ ਦਿੱਤਾ। ਸਾਰਾ ਰਾਜ ਦਾਨ ਕਰਨ ਦੇ ਵੇਲੇ ਉਹਨਾਂ ਦੇ ਮਨ ਵਿੱਚ ਰਤਾ ਭਰ ਵੀ ਸ਼ੋਕ, ਚਿੰਤਾ ਜਾਂ ਗਮ ਪੈਦਾ ਨਹੀਂ ਹੋਇਆ। ਸਗੋਂ ਉਸ ਵੇਲੇ ਉਹਨਾਂ ਦਾ ਮਨ ਹਿਰਦਾ ਆਨੰਦ ਤੇ ਉਤਸ਼ਾਹ ਤੇ ਉਮੰਗ ਨਾਲ ਭਰਿਆ ਹੋਇਆ ਸੀ। ਉਹਦੀ ਇਹ ਹਾਲਤ ਵੇਖ ਕੇ ਵਿਸ਼ਵਾਮਿੱਤਰ ਨੂੰ ਆਪਣੀ ਅਸਫਲਤਾ ਉੱਤੇ ਆਪਣੇ ਮਨ ਵਿੱਚ ਕੁੜਿਆ। ਉਸੇ ਵੇਲੇ ਉਹਨੂੰ ਇੱਕ ਨਵੀਂ ਯੁਕਤੀ ਸੁੱਝ ਪਈ। ਉਸਨੇ ਹਰੀਚੰਦ ਕੋਲੋਂ ਦਖਣਾ ਮੰਗੀ। ਹਰੀਚੰਦ ਨੇ ਉਸੇ ਵੇਲੇ ਖੁਸ਼ੀ ਨਾਲ ਸਾਰਾ ਰਾਜ ਬ੍ਰਾਹਮਣ ਦੇਵਤੇ ਨੂੰ ਦਾਨ ਕਰ ਦਿੱਤਾ ਤੇ ਇਸੇ ਗੱਲਬਾਤ ਵਿੱਚ ਇਹ ਗੱਲ ਸੁਝਾ ਦਿੱਤੀ ਕਿ ਏਡੇ ਵੱਡੇ ਦਾਨ ਦੀ ਦਖਣਾ ਵੀ ਏਡੀ ਵੱਡੀ ਹੋਣੀ ਚਾਹੀਦੀ ਹੈ। ਰਾਜਾ ਹਰੀਚੰਦ ਨੇ ਸੁੱਤੇ ਹੀ ਆਪਣੀ ਖਜ਼ਾਨਚੀ ਨੂੰ 1000 ਸਵਰਨ ਮੁਦਰਾ ਲੈ ਕੇ ਆਉਣ ਦੀ ਆਗਿਆ ਦਿੱਤੀ। ਇਸ ਆਗਿਆ ਨੂੰ ਸੁਣਦੇ ਹੀ ਬਾਹਮਣ ਵੇਸ਼ਧਾਰੀ ਵਿਸ਼ਵਾਮਿੱਤਰ ਲਾਲ ਪੀਲਾ ਹੋ ਗਿਆ। ਉਹਦੇ ਅੰਦਰਲੀ ਦੱਬੀ ਹੋਈ ਅੱਗ ਇੱਕਦਮ ਭੜਕ ਉੱਠੀ। ਉਹ ਕ੍ਰੋਧ ਨਾਲ ਭਰ ਕੇ ਕਹਿਣ ਲੱਗਾ, ਓਏ ਪਖੰਡੀ, ਤੂੰ ਦਾਨ ਤੇ ਸੱਤਿਆ ਦਾ ਪਖੰਡ ਕਿਉਂ ਬਣਾ ਛੱਡਿਆ? ਹੁਣ ਮੈਂ ਤੇਰੀ ਸੱਤਿਆ ਤੇ ਦਾਨ ਪੁਣੇ ਦੇ ਸਿਧਾਂਤ ਨੂੰ ਚੰਗੀ ਤਰ੍ਹਾਂ ਸਮਝ ਗਿਆ ਹਾਂ। ਉਹ ਪਾਪੀ, ਕੀ ਤੂੰ ਮੈਨੂੰ ਹੁਣੇ ਸਾਰੇ ਰਾਜ ਦਾ ਦਾਨ ਨਹੀਂ ਦੇ ਚੁੱਕਾ? ਕੀ ਖਜ਼ਾਨਿਆਂ ਤੇ ਖਜ਼ਾਨਚੀ ਦਾ ਮਾਲਕ ਅਜੇ ਤੱਕ ਵੀ ਤੂੰ ਹੀ ਆ? ਇਹਦੇ ਉੱਤਰ ਵਿੱਚ ਹਰੀਚੰਦ ਜੀ ਬੜੀ ਨਿਮਰਤਾ ਨਾਲ ਕਹਿਣ ਲੱਗੇ, ਮਹਾਰਾਜ, ਮੇਰੇ ਅਪਰਾਧ ਨੂੰ ਖਿਮਾ ਕਰੋ। ਆਪ ਸੱਚ ਕਹਿੰਦੇ ਹੋ, ਇਹ ਮੇਰੀ ਬੜੀ ਭਾਰੀ ਭੁੱਲ ਹੈ ਜੋ ਮੈਥੋਂ ਸੁਭਾਵਕ ਹੋ ਗਈ। ਬਾਹਮਣ ਨੇ ਕਿਹਾ, ਲਿਆ ਹੁਣੇ ਜੋ ਕੁਝ ਵੀ ਦਖਣਾ ਹੈ ਤੇ ਕਰਜ਼ਾ ਛੇਤੀ ਚੁਕਤਾ ਕਰ। ਹਰੀਚੰਦ ਨੇ ਬਾਹਮਣ ਦੇਵਤੇ ਦੀਆਂ ਬਹੁਤ ਸਾਰੀਆਂ ਮਿੰਨਤਾਂ ਤਰਲੇ ਕੀਤੇ ਤਾਂ ਉਹਨੂੰ 1 ਮਹੀਨੇ ਦੀ ਮੌਲਤ ਦਿੱਤੀ। ਤੁਰਦਾ ਹੋਇਆ ਬਾਹਮਣ ਦੇਵਤੇ ਨੇ ਕਿਹਾ, ਜੇਕਰ ਤੂੰ 1 ਮਹੀਨੇ ਦੇ ਅੰਦਰ ਆਪਣਾ ਕਰਜ਼ਾ ਅਦਾ ਨਾ ਕਰੇ ਤਾਂ ਮੈਂ ਤੈਨੂੰ ਸੱਤਿਆ ਭ੍ਰਸ਼ਟ ਕਰ ਦੇਵਾਂਗਾ, ਜਿਸ ਕਰਕੇ ਤੂੰ 100 ਕਲਪ ਤੱਕ ਨਰਕ ਦਾ ਦੁੱਖ ਭੋਗੇਂਗਾ। ਇਸ ਤਰ੍ਹਾਂ ਦਾ ਬਕੜਵਾਦ ਕਰਦੇ ਹੋਏ ਬਾਹਮਣ ਦੇਵਤਾ ਰਾਜ ਦਰਬਾਰ ਤੋਂ ਬਾਹਰ ਨਿਕਲ ਗਏ ਤੇ ਸੱਤਿਆ ਦੀ ਪ੍ਰਤਿੱਗਿਆ ਕਰਨ ਵਾਲਾ ਹਰੀਚੰਦ ਚਿੰਤਾ ਦੇ ਸਮੁੰਦਰ ਵਿੱਚ ਗੋਤੇ ਖਾਣ ਲੱਗ ਪਿਆ। ਉਸ ਨੂੰ ਸਾਰਾ ਰਾਜ ਭਾਗਦਾਨ ਕਰ ਦੇਣ ਦਾ ਇੰਨਾ ਆਨੰਦ ਪ੍ਰਾਪਤ ਨਹੀਂ ਹੋਇਆ ਜਿੰਨਾ ਕਰਜ਼ਾ ਚੁਕਾ ਦੇਣ ਦਾ ਫਿਕਰ ਦੁੱਖ ਦੇਣ ਲੱਗਾ। ਗੱਲ ਵਿੱਚ ਰਾਜਦਾਨ ਕਰ ਦੇਣ ਦਾ ਸਮਾਚਾਰ ਰਹਿਣ ਵਾਸਤੇ ਸਾਰੇ ਸ਼ਹਿਰ ਵਿੱਚ ਵਣ ਦੀ ਅੱਗ ਵਾਂਗ ਖਿਲਰ ਗਿਆ। ਸੈਬਿਆ ਵੀ ਹਰੀਚੰਦ ਦੀ ਸੱਚੀ ਅਰਧ ਸਰੀਰ ਸੀ। ਉਹ ਉਹਨਾਂ ਦੇ ਦੁੱਖ ਸੁੱਖ ਦੀ ਸਾਥਣ ਸੀ। ਉਸਨੂੰ ਵੀ ਪਤੀ ਦਾ ਧਨ ਪੂਰਾ ਕਰਨ ਦੀ ਚਿੰਤਾ ਪੈ ਗਈ। ਹਰੀਚੰਦ ਸਭ ਕੁਝ ਛੱਡ ਕੇ ਕੇਵਲ ਇੱਕ ਧੋਤੀ ਸਿਰੋਂ ਪੈਰੋਂ ਨੰਗਾ ਹੀ ਸ਼ਹਿਰ ਨੂੰ ਨਿਕਲ ਤੁਰਿਆ। ਸੱਤਿਆਵੰਤੀ ਸੈਬਿਆ ਰਾਹ ਛੁੱਟ ਜਾਣ ਕੇ ਘਬਰਾਈ ਨਹੀਂ, ਸਗੋਂ ਉਹਨੇ ਬੜੀ ਖੁਸ਼ੀ ਨਾਲ ਪਤੀ ਦਾ ਸਾਥ ਦਿੱਤਾ। ਇਹਨਾਂ ਦਾ ਪੁੱਤਰ ਰੋਹਿਤਾਸ ਤਾਂ ਅਜੇ ਥੋੜ੍ਹੇ ਵਰ੍ਹਿਆਂ ਦਾ ਬੇਸਮਝ ਬਾਲਕ। ਉਹਨੂੰ ਕੀ ਪਤਾ
ਕਿ ਇੱਥੇ ਕੀ ਤੋਂ ਕੀ ਹੋ ਗਿਆ। ਬਾਲਕ ਮਾਂ ਪਿਓ ਦਾ ਪਰਛਾਵਾਂ ਸੀ, ਉਹ ਵੀ ਉਹਨਾਂ ਦੇ ਨਾਲ ਹੀ ਤੁਰਦਾ ਹੋਇਆ। ਸਾਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਈ। ਹਰੀ ਚੰਦ ਦੇ ਵਿਛੋੜੇ ਦਾ ਦੁੱਖ ਕੋਈ ਸਹਾਰ ਨਾ ਸਕਿਆ। ਸਾਰੇ ਨਗਰ ਵਾਸੀ ਵੀ ਦੁੱਖ ਨਾਲ ਦੁਖੀ ਹੋਏ ਤੇ ਰੋਹ ਕੁਰਲਾ ਰਹੇ ਸਨ। ਜਿਹੜਾ ਕੁਝ ਮਿੰਟ ਪਹਿਲਾਂ ਚੱਕਰਵਰਤੀ ਰਾਜਾ ਸੀ, ਉਹ ਹਰੀ ਚੰਦ ਹੁਣ ਇੱਕ ਮਹਾਦੀਨਹੀਨ ਕੰਗਲੇ ਵਾਂਗੂ ਨਗਰ ਤੋਂ ਬਾਹਰ ਸੜਕ ਉੱਤੇ ਖੜਾ ਹੈ। ਸਾਰੀ ਪ੍ਰਜਾ ਉਸ ਵੇਲੇ ਸ਼ੋਕ ਉਨਮਤ ਹੋ ਰਹੀ ਹੈ। ਸਾਰੇ ਨਰ ਨਾਰੀਆਂ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਹਨ। ਹਰੀ ਚੰਦ ਸਾਰਾ ਰਾਏ ਧਨ ਦਾਨ ਕਰ ਚੁੱਕਾ ਹੈ, ਪਰ ਹੁਣ ਕਰਜ਼ਾ ਕਿੱਥੋਂ ਉਤਾਰੇ। ਉਹਨੂੰ ਯਾਦ ਆ ਗਿਆ ਕਿ ਕਾਂਛੀ ਇਸ ਧਰਤੀ ਤੋਂ ਵੱਖਰੀ ਹੈ। ਉਹ ਭਗਵਾਨ ਸ਼ਿਵ ਜੀ ਨੇ ਤਰਸ਼ੂਲ ਉੱਤੇ ਟਿਕਾਈ ਹੋਈ ਹੈ। ਇਸ ਲਈ ਹਰੀ ਚੰਦ ਜੀ ਨੇ ਕਾਂਛੀ ਵਿੱਚ ਜਾ ਕੇ ਉੱਥੋਂ ਤਾਨੀ ਇਕੱਠਾ ਕਰਨ ਦਾ ਇਰਾਦਾ ਕਰ ਲਿਆ ਤੇ ਥੋੜ੍ਹੇ ਦਿਨਾਂ ਵਿੱਚ ਹੀ ਕਾਂਛੀ ਪਹੁੰਚ ਗਿਆ। ਹਰੀ ਚੰਦ ਜੀ ਕਾਂਛੀ ਸ਼ਹਿਰ ਦੇ ਗਲੀ ਕੂਚੇ ਬਾਜ਼ਾਰ ਵਿੱਚ ਫਿਰ ਰਹੇ ਸਨ, ਪਰ ਉਹਨਾਂ ਨੂੰ ਧਨ ਇਕੱਠਾ ਕਰਨ ਦਾ ਕੋਈ ਭਾਵ ਨਹੀਂ ਸੁੱਝਦਾ ਸੀ। ਇਸ ਲਈ ਗਮ ਚਿੰਤਾ ਨਾਲ ਗ੍ਰਸੇ ਹੋਏ, ਨਿਰਾਸ਼ ਤੇ ਉਦਾਸ ਹੋਏ ਸ਼ਹਿਰ ਦੇ ਕੋਨੇ-ਕੋਨੇ ਵਿੱਚ ਫਿਰ ਰਹੇ ਸਨ। ਅੰਤ ਉਹਨਾਂ ਨੂੰ ਖਿਆਲ ਆਇਆ ਕਿ ਆਪਣੇ ਆਪ ਨੂੰ ਵੇਚ ਕੇ ਧਨ ਇਕੱਠਾ ਕਰਕੇ ਕਰਜ਼ਾ ਅਦਾ ਕਰ ਦੇਣਾ ਚਾਹੀਦਾ ਹੈ। ਇਹ ਨਿਸ਼ਚਾ ਕਰਕੇ ਉਹ ਬਾਜ਼ਾਰ ਵਿੱਚ ਫਿਰਦੇ ਹੋਏ ਹੋਕਾ ਦੇਣ ਲੱਗੇ, ਸੇਠ ਸ਼ਾਹੂਕਾਰੋ, ਮੈਨੂੰ ਕੋਈ ਜਾਣਾ ਮੁੱਲ ਲੈ ਲਵੋ। ਇਸ ਤਰ੍ਹਾਂ ਦਾ ਹੋਕਾ ਦਿੰਦੇ ਹੋਏ ਗਲੀ ਕੂਚੇ ਬਾਜ਼ਾਰਾਂ ਵਿੱਚ ਚੱਕਰ ਕੱਟਣ ਲੱਗੇ। ਕਿੰਨੇ ਚੱਕਰ ਕੱਟ ਲੈਣ ਮਗਰੋਂ ਅੰਤ ਨਿਰਾਸ਼ ਹੋ ਕੇ ਹਰੀ ਚੰਦ ਨੇ ਕਿਹਾ, ਹਾਏ, ਕਾਂਛੀ ਵਿੱਚ ਮੇਰਾ ਕੋਈ ਗਾਹਕ ਹੀ ਨਹੀਂ ਆ। ਅੱਧਰ ਰਾਜੇ ਦੀ ਇਹ ਹਾਲਤ ਸੀ, ਉਧਰ ਰਾਣੀ ਸਭਿਆ ਵੀ ਫਿਰ ਕੇ ਆਪਣੇ ਵਿਕਣ ਦਾ ਹੋਕਾ ਦੇਣ ਲੱਗੀ। ਰੋਹਿਤਾਸ ਅਬੋਧ ਬਾਲਕ ਸੀ। ਉਹ ਆਪਣੇ ਮਾਂ ਬਾਪ ਦੇ ਸੰਗ ਲਾਉਂਦਾ ਹੋਇਆ ਤੋਤਲੀ ਜ਼ਬਾਨ ਨਾਲ ਕਹੀ ਜਾਂਦਾ, ਅਲੇ ਕੋਈ ਅਮਕੋ ਵੀ ਮੁੱਲ ਲੈ ਲੋ। ਕਾਂਛੀ ਵਿੱਚ ਥਾਂ ਪੁਰ ਥਾਂ ਇਸਤਰੀ ਮਰਦਾਂ ਦੇ ਝੁੰਡ ਖੜੇ ਹੋ ਗਏ। ਲੋਕ ਉਹਨਾਂ ਦੇ ਚਿਹਰਿਆਂ ਨੂੰ ਵੇਖ ਕੇ ਆਪਣੇ ਮਨ ਵਿੱਚ ਵਿਚਾਰਾਂ ਕਰਦੇ ਕਿ ਉੱਤਮ ਕੁਲ ਦੇ ਪਰਿਵਾਰ ਨੂੰ ਕਿਸ ਵਿਪਤਾ ਨੇ ਘੇਰ ਲਿਆ ਹੈ, ਜੋ ਆਪਣੇ ਆਪ ਨੂੰ ਇਸ ਤਰ੍ਹਾਂ ਵੇਚਣ ਲਈ ਹੋਕਾ ਦੇ ਰਹੇ ਹਨ। ਇੰਨੇ ਵਿੱਚ ਹੀ ਬਾਹਮਣ ਰੂਪਧਾਰੀ ਵਿਸ਼ਵਾਮਿੱਤਰ ਨੇ ਕਰਜ਼ਾ ਚੁਕਾ ਦੇਣ ਲਈ ਬੜਾ ਭਾਰੀ ਤਕਾਜ਼ਾ ਕਰਨਾ ਸ਼ੁਰੂ ਕਰਤਾ। ਉਹਦੀਆਂ ਗੱਲਾਂ ਸੁਣ ਕੇ ਰਾਜਾ ਹਰੀ ਚੰਦ ਬੜਾ ਉਦਾਸ ਹੋ ਗਿਆ। ਤਦ ਰਾਜੇ ਨੂੰ ਦੀਨ ਵਿਆਕੁਲ ਤੇ ਨੀਵਾਂ ਮੂੰਹ ਕਰਕੇ ਚਿੰਤਾ ਕਰਦੇ ਵੇਖ ਕੇ ਰਾਣੀ ਸਭਿਆ ਗਦ-ਗਦ ਕੰਠ ਹੋ ਕੇ ਕਹਿਣ ਲੱਗੀ, ਮਹਾਰਾਜ, ਆਪ ਚਿੰਤਾ ਛੱਡ ਕੇ ਆਪਣੀ ਸੱਤਿਆ ਦਾ ਪਾਲਨ ਕਰੋ। ਸੱਤਿਆ ਤੋਂ ਰਹਿਤ ਮਨੁੱਖ ਮਸਾਣਾ ਵਾਂਗ ਬੁਰਾ ਤੇ ਵਰਜਨੀय ਹੈ। ਹੇ ਸੀਮ ਪੁਰਖ, ਆਪਣੇ ਸੱਤ ਪਾਲਣ ਤੋਂ ਵੱਧ ਕੇ ਕੋਈ ਧਰਮ ਨਹੀਂ ਹੈ। ਜਿਸ ਦੀ ਗੱਲ ਪੂਰੀ ਨਹੀਂ ਹੁੰਦੀ, ਉਸਦੇ ਹੋਮ ਯੱਗ, ਵੇਦ ਪਾਠ ਤੇ ਦਾਨਾਂ ਦੇ ਕਰਮ ਸਭ ਨਿਫਲ ਜਾਂਦੇ ਹਨ। ਸੱਤਿਆ ਮਨੁੱਖ ਨੂੰ ਤਾਰ ਦਿੰਦਾ ਹੈ ਤੇ ਝੂਠ ਟੋਕ ਦਿੰਦਾ ਹੈ। ਹੇ ਰਾਜਨ, ਇਸਤਰੀ ਤਾਂ ਪੁੱਤਰ ਦੇ ਵਾਸਤੇ ਹੈ। ਹੁਣ ਮੈਨੂੰ ਪੁੱਤਰ ਹੋ ਗਿਆ ਹੈ, ਜਿਸ ਤੋਂ ਆਪ ਦੀ ਕੁਲ ਤੂਰ ਪਏਗੀ ਅਤੇ ਪਿਤਰਾਂ ਦਾ ਉਧਾਰ ਹੋ ਜਾਏਗਾ। ਇਸ ਲਈ ਹੁਣ ਆਪ ਮੈਨੂੰ ਵੇਚ ਦਿਓ ਤੇ ਇਸ ਬਾਹਮਣ ਨੂੰ ਦਖਣਾ ਦਿਓ। ਰਾਣੀ ਦੀ ਇਹ ਗੱਲ ਸੁਣ ਕੇ ਹਰੀ ਚੰਦ ਮੁਰਛਿਤ ਹੋ ਕੇ ਡਿੱਗ ਪਿਆ। ਜਦ ਉਹਨੂੰ ਸੁਰਤ ਆਈ ਤਾਂ ਫਿਰ ਆਪਣੇ ਆਪ ਨੂੰ ਵੇਚਣ ਦਾ ਹੋਕਾ ਦੇਣ ਲੱਗ ਪਿਆ। ਇੰਨੇ ਵਿੱਚ ਇੱਕ ਪੰਡਿਤ ਆਪਣੇ ਵਿਦਿਆਰਥੀਆਂ ਸਮੇਤ ਉੱਥੇ ਆ ਗਿਆ। ਉਹ ਵਿਦਵਾਨ ਹਰੀ ਚੰਦ ਨੂੰ 500 ਮੋਹਰਾਂ ਦੇਣ ਲਈ ਤਿਆਰ ਹੋ ਗਿਆ, ਪਰ ਧਰਮ ਨਿਸ਼ਟਿਆ ਸੱਤਿਆ ਸਿੱਧ ਹਰੀ ਚੰਦ ਨੇ ਉਸ ਕੋਲੋਂ ਦਾਨ ਲੈਣ ਤੋਂ ਇਨਕਾਰ ਕਰ ਦਿੱਤਾ। ਦਾਨ ਲੈਣਾ ਖੱਤਰੀ ਧਰਮ ਤੋਂ ਉਲਟ ਹੈ। ਰਾਜਾ ਵਿਕਣ ਨੂੰ ਤਿਆਰ ਹੋਇਆ, ਪਰ ਰਾਣੀ ਸਾਹਿਬਾ ਨੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ, ਹੇ ਨਾਥ, ਇਸਤਰੀ ਮਰਦ ਦਾ ਧਨ ਹੈ। ਇਸਤਰੀ ਦੇ ਹੁੰਦੇ ਪੁਰਖ ਪਹਿਲੇ ਨਹੀਂ ਵਿਕ ਸਕਦਾ। ਪਹਿਲੇ ਆਪ ਆਪਣੇ ਇਸਤਰੀ ਧਨ ਨੂੰ ਵੇਚੋ। ਹਰੀ ਚੰਦ ਨੇ ਪੱਥਰ ਦਿਲ ਕਰਕੇ ਅੱਧੀ ਦੇ ਬਦਲੇ ਵਿੱਚ ਸਹਿਬਿਆ ਨੂੰ ਵੇਚ ਦਿੱਤਾ। ਉਸ ਵਿਦਵਾਨ ਪੰਡਤ ਨੇ 500 ਮੋਹਰਾਂ ਦੇ ਕੇ ਸਹਿਬਿਆ ਨੂੰ ਮੁੱਲ ਲੈ ਲਿਆ। ਉਸ ਪੰਡਤ ਦੀ ਇਸਤਰੀ ਨੂੰ ਘਰ ਦੇ ਕੰਮ ਧੰਦੇ ਤੋਂ ਵਿਹਲ ਨਾ ਮਿਲਣ ਕਰਕੇ ਉਸ ਕੋਲੋਂ ਕੁਝ ਪਾਠ ਪੂਜਾ ਭਜਨ ਸਿਮਰਨ ਨਹੀਂ ਸੀ ਹੋ ਸਕਦਾ। ਇਸ ਲਈ ਪੰਡਤ ਜੀ ਨੇ ਘਰ ਦਾ ਕੰਮ ਧੰਦਾ ਕਰਨ ਵਾਸਤੇ ਸਹਿਬਿਆ ਨੂੰ ਮੁੱਲ ਲੈ ਲਿਆ। ਪਤੀਬ੍ਰਤਾ ਸਹਿਬਿਆ ਨੇ ਦਾਸੀ ਪੁਣੇ ਵਿੱਚ ਵੀ ਆਪਣੇ ਪਤੀਬ੍ਰਤਾ ਧਰਮ ਦੀ ਚੰਗੀ ਤਰ੍ਹਾਂ ਰੱਖਿਆ ਕੀਤੀ ਸੀ। ਉਸਨੇ ਪੰਡਤ ਨੂੰ ਨਿਸੰਗ ਹੋ ਕੇ ਕਹਿ ਦਿੱਤਾ ਕਿ ਮੈਂ ਪਰਾਏ ਪੁਰਖ ਨਾਲ ਬੋਲਣਾ ਤੇ ਕਿਸੇ ਦਾ ਝੂਠਾ ਭੋਜਨ ਨਹੀਂ ਖਾਣਾ। ਇਹਨਾਂ ਤੋਂ ਬਿਨਾਂ ਹੋਰ ਸਾਰੀ ਸੇਵਾ ਕਰਾਂਗੀ। ਪੰਡਤ ਜੀ ਨੇ ਸਹਿਬਿਆ ਦੀਆਂ ਇਹਨਾਂ ਗੱਲਾਂ ਨੂੰ ਖੁਸ਼ੀ ਨਾਲ ਪ੍ਰਵਾਨ ਕਰ ਲਿਆ। ਪੰਡਤ ਜੀ ਨੇ ਆਪਣੇ ਵਿਦਿਆਰਥੀ ਨੂੰ ਸਹਿਬਿਆ ਦੇ ਘਰ ਪਹੁੰਚਣ ਦੀ ਆਗਿਆ ਦੇ ਕੇ ਚਲੇ ਗਏ। ਜਦ ਸਹਿਬਿਆ ਜਾਣ ਲੱਗੀ ਤਾਂ ਭੋਲਾ ਭਾਲਾ ਬਾਲਕ ਮਾਂ ਦਾ ਪੱਲਾ ਫੜੀ ਖੜਾ ਸੀ। ਉਸ ਵੇਲੇ ਦੇ ਕਰੁਣਾਜਨਕ ਨਜ਼ਾਰੇ ਨੂੰ ਵੇਖ ਕੇ ਪੱਥਰ ਹਿਰਦੇ ਵਿੱਚ ਢਲ ਕੇ ਪਾਣੀ ਹੋ ਗਏ, ਪਰ ਉਸ ਵਿਦਿਆਰਥੀ ਨੂੰ ਜਰਾ ਭਰ ਵੀ ਦਇਆ ਨਾ ਆਈ। ਉਸਨੇ ਸਹਿਬਿਆ ਨੂੰ ਛੇਤੀ ਉੱਥੋਂ ਤੁਰਨ ਲਈ ਕਿਹਾ। ਬਾਲਕ ਰੋਹਿਤਾਸ ਕਦੇ ਮਾਂ ਦੇ ਮੂੰਹ ਵੱਲ ਤੱਕਦਾ ਹੈ ਤੇ ਕਦੀ ਹੈਰਾਨੀ ਭਰੀਆਂ ਨਜ਼ਰਾਂ ਨਾਲ ਪਿਤਾ ਵੱਲ ਵੇਖਣ ਲੱਗਦਾ ਹੈ। ਵਿਦਿਆਰਥੀ ਨੇ ਝਟਕਾ ਦੇ ਕੇ ਰੋਹਿਤਾਸ ਨੂੰ ਸਹਿਬਿਆ ਨਾਲੋਂ ਵੱਖ ਕਰ ਦਿੱਤਾ ਤਾਂ ਉਹ ਵਿਚਾਰਾ ਧਰਤੀ 'ਤੇ ਡਿੱਗ ਕੇ ਰੋਣ ਲੱਗ ਪਿਆ। ਹਰੀ ਚੰਦ ਨੇ ਰੋਹਿਤਾਸ ਨੂੰ ਵੀ ਦਾਸ ਬਣਾ ਕੇ ਉਹਦੀ ਮਾਂ ਦੇ ਨਾਲ ਭੇਜ ਦੇਣਾ ਚੰਗਾ ਸਮਝਿਆ। ਸਹਿਬਿਆ ਪਤੀ ਨੂੰ ਜਲ ਭਰੇ ਅਤੇ
ਪੱਤ ਨੈਣਾ ਨਾਲ ਵੇਖਦੀ ਹੋਈ ਰੋਹਿਤਾਸ ਨੂੰ ਨਾਲ ਲੈ ਕੇ ਵਿਦਿਆਰਥੀ ਨਾਲ ਚਲੀ ਗਈ। ਹਰੀ ਚੰਦ ਨੇ ਸੈਬਿਆਂ ਨੂੰ ਵੇਚ ਕੇ 500 ਮੋਹਰਾਂ ਪ੍ਰਾਪਤ ਕਰ ਲਈ ਸੀ, ਪਰ 500 ਮੋਹਰ ਦਾ ਕਰਜ਼ ਅਜੇ ਉਹਦੇ ਸਿਰ 'ਤੇ ਰਹਿੰਦਾ ਸੀ। ਕੇਵਲ ਅੱਜ ਦਾ ਹੀ ਇੱਕ ਦਿਨ ਸੀ, 1 ਮਹੀਨੇ ਦੀ ਮਿਆਦ ਪੂਰੀ ਹੋਣ ਵਿੱਚ ਬਾਕੀ। ਅੱਜ ਸ਼ਾਮ ਨੂੰ ਮਿਆਦ ਪੂਰੀ ਹੋ ਜਾਏਗੀ। ਸੱਤਿਆ ਤੋਂ ਭ੍ਰਸ਼ਟ ਹੋਣ ਦਾ ਡਰ ਉਹਦੇ ਸਿਰ ਉੱਤੇ ਸਵਾਰ ਸੀ। ਉਹ ਇਸੇ ਚਿੰਤਾ ਵਿੱਚ ਸੀ ਕਿ ਸਾਹਮਣੇ ਉਹ ਬ੍ਰਹਮਣ ਦੇਵਤਾ ਜੀ ਆ ਗਏ। ਉਹਨਾਂ ਨੇ ਆਉਂਦਿਆਂ ਹੀ ਕ੍ਰੋਧ ਵਿੱਚ ਭਰੇ ਬਚਨਾਂ ਨਾਲ ਕਿਹਾ, ਲਿਆ ਮੇਰੀ ਦੱਖਣਾ। ਹਰੀ ਚੰਦ ਨੇ 500 ਮੋਹਰ ਉਹਦੇ ਅੱਗੇ ਰੱਖ ਦਿੱਤੀ। ਅੱਧੀ ਦੱਖਣਾ ਦੇਖ ਕੇ ਉਹ ਕ੍ਰੋਧ ਨਾਲ ਅੱਗ ਭੰਬੂਕਾ ਹੋ ਕੇ ਕਹਿਣ ਲੱਗਾ, ਉਹ ਦੁਸ਼ਟ, ਕੀ ਤੂੰ ਮੈਨੂੰ 500 ਮੋਹਰਾਂ ਦੇ ਕੇ ਪਿੱਛਾ ਛਡਾਉਣਾ ਚਾਹੁੰਦਾ? ਅੱਜ ਸ਼ਾਮ ਤੱਕ ਤੇਰੀ ਮਿਆਦ ਪੂਰੀ ਹੋ ਜਾਏਗੀ, ਉਸ ਤੋਂ ਬਾਅਦ ਮੈਂ ਤੈਨੂੰ ਸ਼ਰਾਪ ਦੇ ਦੇਵਾਂਗਾ। ਹਰੀ ਚੰਦ ਜੀ ਨੇ ਬੜੀ ਅਧੀਨਗੀ ਨਾਲ ਕਿਹਾ, ਮਹਾਰਾਜ, ਭਗਵਾਨ ਦੀ ਕਿਰਪਾ ਨਾਲ ਇਹ ਸ਼ਾਮ ਤੱਕ ਮੈਂ ਆਪਦੀ ਦੱਖਣਾ ਦੇ ਦੇਵਾਂਗਾ। ਇਹ ਸੁਣ ਕੇ ਬ੍ਰਹਮਣ ਚਲਾ ਗਿਆ ਅਤੇ ਹਰੀ ਚੰਦ ਦੀਨ ਬੰਧੂ ਪ੍ਰਭੂ ਦਾ ਸਿਮਰਨ ਕਰਨ ਲੱਗ ਪਿਆ। ਹਰੀ ਚੰਦ ਫਿਰ ਆਪਣੇ ਆਪ ਨੂੰ ਵੇਚਣ ਵਾਸਤੇ ਹੋਕਾ ਦੇਣ ਲੱਗ ਪਿਆ। ਇੰਨੇ ਵਿੱਚ ਚੰਡਾਲਾਂ ਦਾ ਰਾਜਾ ਕਾਲੂ ਚੰਡਾਲ ਆ ਗਿਆ। ਉਹਨੇ ਹਰੀ ਚੰਦ ਤੋਂ ਪੁੱਛਿਆ, ਤੂੰ ਕੀ ਸੇਵਾ ਕਰ ਸਕਦਾ ਹੈ? ਉਹਨੇ ਉੱਤਰ ਦਿੱਤਾ, ਮੈਂ ਚੰਡਾਲ ਦੇ ਘਰ ਦੇ ਅੰਨ, ਬਸਤਰ ਅਤੇ ਗਹਿਣੇ ਤੋਂ ਬਿਨਾਂ ਹੋਰ ਸਾਰੇ ਕੰਮ ਕਰਾਂਗਾ। ਉਹਨੇ 500 ਮੋਹਰ ਬ੍ਰਾਹਮਣ ਨੂੰ ਦੇ ਕੇ ਉਸ ਕੋਲੋਂ ਪਿੱਛਾ ਛਡਾਇਆ ਅਤੇ ਉਸਨੇ ਹਰੀ ਚੰਦ ਨੂੰ ਕਿਹਾ, ਮੈਂ ਚੰਡਾਲਾਂ ਦਾ ਰਾਜਾ ਹਾਂ, ਤੂੰ ਮਸਾਣਾ ਵਿੱਚ ਬੈਠਾ ਰਹੇ। ਜੇ ਕੋਈ ਮੁਰਦਾ ਫੂਕਣ ਆਵੇ ਅਤੇ ਉਹਦਾ ਅੱਧਾ ਕਫਨ ਲੈ ਲੈਣਾ, ਤੇਰਾ ਇਹੋ ਕੰਮ ਆ। ਅੱਧਾ ਕਫਨ ਲਏ ਤੋਂ ਬਿਨਾਂ ਕਿਸੇ ਵੀ ਮੁਰਦੇ ਨੂੰ ਫੂਕਣਾ ਨਹੀਂ। ਹਰੀ ਚੰਦ ਨੇ ਇਸ ਮਹਾਂ ਭਿਆਨਕ ਕੰਮ ਨੂੰ ਖੁਸ਼ੀ ਨਾਲ ਪ੍ਰਵਾਨ ਕੀਤਾ। ਜਦ ਵਿਸ਼ਵਾਮਿੱਤਰ ਅਤੇ ਇੰਦਰ ਇਸ ਤਰ੍ਹਾਂ ਦੀ ਘੋਰ ਪ੍ਰੀਖਿਆ ਨਾਲ ਹਰੀ ਚੰਦ ਨੂੰ ਸੱਤਿਆ ਤੋਂ ਨਾ ਡੇਗ ਸਕੇ ਤਾਂ ਉਹ ਮਨ ਹੀ ਮਨ ਵਿੱਚ ਕੁੜਨ ਲੱਗੇ। ਫਿਰ ਉਹਨਾਂ ਨੇ ਇੱਕ ਹੋਰ ਢੰਗ ਕੀਤਾ। ਜਿੱਥੇ ਹਨੇਰੀ ਰਾਤ ਦੇ ਸਮੇਂ ਭੂਤਾਂ, ਪ੍ਰੇਤਾਂ, ਪਿਸਾਚਾਂ ਅਤੇ ਵਿਨੋਦ ਸਥਾਨ ਮਸਾਣਾ ਵਿੱਚ ਰਾਜਾ ਹਰੀ ਚੰਦ ਹੱਥ ਵਿੱਚ ਸੋਟਾ ਲੈ ਕੇ ਖਲੋਤਾ ਹੋਇਆ ਸੀ, ਉੱਥੇ ਕਾਲਪਿਕ ਰੂਪ ਵਿੱਚ ਹੋ ਕੇ ਵਿਸ਼ਵਾਮਿੱਤਰ ਨੇ ਹਰੀ ਚੰਦ ਨੂੰ ਸੱਤਿਆ ਤੋਂ ਡਿੱਗਣ ਲਈ ਮਸਾਣਾ ਵਿੱਚ ਪੁੱਜ ਕੇ ਹਰੀ ਚੰਦ ਨੂੰ ਕਿਹਾ, ਮੈਂ ਸਿੱਧੀਆਂ ਦੇ ਵਾਸਤੇ ਸਾਧਨਾ ਕਰਨੀ ਹੈ, ਪਰ ਵਿਘਨ ਬਾਧਾ ਪੈ ਜਾਂਦੀ ਹੈ, ਤੁਸੀਂ ਮੇਰੀ ਸਹਾਇਤਾ ਕਰੋ। ਹਰੀ ਚੰਦ ਨੇ ਉੱਤਰ ਦਿੱਤਾ, ਮੈਂ ਆਪਣੇ ਸਵਾਮੀ ਦੇ ਕੰਮ ਤੋਂ ਬੇਮੁਖ ਹੋ ਕੇ ਕਿਤੇ ਹੋਰ ਨਹੀਂ ਜਾ ਸਕਦਾ। ਜਦ ਕਪਾਲਿਕ ਨੇ ਕਿਹਾ, ਤੁਸੀਂ ਇਸੇ ਜਗ੍ਹਾ 'ਤੇ ਖੜੇ ਹੋ, ਮੇਰੇ ਸਾਧਨ ਦੀ ਰੱਖਿਆ ਕਰੋ। ਹਰੀ ਚੰਦ ਨੇ ਉਹਦੀ ਗੱਲ ਮੰਨ ਲਈ। ਕਪਾਲਿਕ ਦਾ ਸਾਧਨ ਸਫਲ ਹੋ ਗਿਆ। 18 ਸਿੱਧੀਆਂ ਅਤੇ 9 ਨਿਧੀਆਂ ਉਹਦੇ ਵੱਸ ਹੋ ਗਈਆਂ। ਕਪਾਲਿਕ ਨੇ ਹਰੀ ਚੰਦ ਨੂੰ ਇਨਾਮ ਦੇ ਤੌਰ 'ਤੇ ਦਿਵਿਆ ਅੰਜਨ, ਜਿਸ ਨਾਲ ਧਰਤੀ ਵਿੱਚ ਦਬਿਆ ਹੋਇਆ ਧਨ ਨਜ਼ਰ ਆ ਜਾਂਦਾ ਹੈ, ਅਤੇ ਹੋਰ ਕਈ ਇੱਕ ਚੀਜ਼ਾਂ ਦੇਣੀਆਂ ਚਾਹੀਆਂ, ਪਰ ਹਰੀ ਚੰਦ ਨੇ ਆਪਣੇ ਵਾਸਤੇ ਕੁਝ ਵੀ ਨਾ ਲਿਆ ਅਤੇ ਆਪਣੇ ਸਵਾਮੀ ਵਾਸਤੇ ਸਭ ਕੁਝ ਮੰਗਿਆ। ਬੇਤਾਲ ਨੇ ਆ ਕੇ ਹਰੀ ਚੰਦ ਨੂੰ ਰਸੇਂਦਰ, ਤਾਂਬੇ ਤੋਂ ਸੋਨਾ ਬਣਾਉਣ ਵਾਲਾ ਨਾਰਾ ਦੇਣ ਦਾ ਲੋਭ ਦਿੱਤਾ। ਸੱਚੇ ਸਵਾਮੀ ਭਗਤ ਹਰੀ ਚੰਦ ਜੀ ਇਸ ਲਾਲਚ ਵਿੱਚ ਵੀ ਨਾ ਫਸੇ। ਉਹਨਾਂ ਨੇ ਰਸੇਂਦਰ ਨੂੰ ਵੀ ਆਪਣੇ ਸਵਾਮੀ ਦੀ ਦੌਲਤ ਸਮਝਿਆ। ਫਿਰ 3 ਵਿਦਿਆ ਹਰੀ ਚੰਦ ਜੀ ਦੇ ਕੋਲ ਆਈਆਂ। ਇਹਨਾਂ 3 ਵਿਦਿਆ ਲਈ ਵਿਸ਼ਵਾਮਿੱਤਰ ਨੇ ਘੋਰ ਤਪ ਕੀਤਾ ਸੀ, ਪਰ ਕਿਸੇ ਤਰ੍ਹਾਂ ਵੀ ਖੁਸ਼ ਨਹੀਂ ਹੋਈਆਂ ਸਨ। ਹੁਣ ਹਰੀ ਚੰਦ ਦੇ ਸੱਤਿਆ ਨਾਲ ਖੁਸ਼ ਹੋ ਕੇ ਉਸ ਕੋਲ ਸਹਿਜੇ ਆ ਗਈਆਂ, ਪਰ ਹਰੀ ਚੰਦ ਨੇ ਇਹਨਾਂ ਨੂੰ ਵੀ ਕਬੂਲ ਨਾ ਕੀਤਾ। ਜਦ ਇਸ ਤਰ੍ਹਾਂ ਵੀ ਹਰੀ ਚੰਦ ਸੱਤਿਆ ਤੋਂ ਨਾ ਡਿੱਗਿਆ ਤਾਂ ਵਿਸ਼ਵਾਮਿੱਤਰ ਨੇ ਇੰਦਰ ਨੇ ਹਰੀ ਚੰਦ ਦੀ ਹੋਰ ਪ੍ਰੀਖਿਆ ਕਰਨ ਲਈ ਮਨੁੱਖ ਦਾ ਹਿਰਦਾ ਪਾੜ ਦੇਣ ਵਾਲੀ ਸੋਚ ਸੋਚੀ। ਉਹ ਇਹ ਸੀ ਕਿ ਇੰਦਰ ਨੇ ਤਸ਼ਕ ਨੂੰ ਕਿਹਾ ਕਿ ਤੂੰ ਜਾ ਕੇ ਰੋਹਿਤਾਸ ਨੂੰ ਡੰਗ ਮਾਰ। ਰੋਹਿਤਾਸ ਮਰ ਗਿਆ। ਬਾਲਕ ਨੂੰ ਮੋਇਆ ਵੇਖ ਕੇ ਵਿਚਾਰੀ ਸ਼ੈਬਿਆ ਦਾ ਕਲੇਜਾ ਮੂੰਹ ਨੂੰ ਆਉਂਦਾ ਸੀ, ਪਰ ਪ੍ਰਭੂ ਦਾ ਭਾਣਾ ਮੰਨ ਕੇ ਉਹਨੇ ਆਪਣੇ ਉੱਪਰਲੇ ਕੱਪੜੇ ਵਿੱਚ ਹੀ ਮੁਰਦਾ ਪੁੱਤ ਨੂੰ ਲਪੇਟ ਕੇ ਮੋਢੇ ਨਾਲ ਲਾ ਲਿਆ ਅਤੇ ਫੂਕਣ ਵਾਸਤੇ ਮਸਾਣਾ ਵੱਲ ਤੁਰ ਪਈ। ਉਸਦੇ ਰੋਣ ਕੁਰਲਾਉਣ ਦੀ ਆਵਾਜ਼ ਨਾਲ ਪੱਥਰ ਤਿਲ ਮੋਮ ਹੋ ਰਹੇ ਸਨ। ਉੱਧਰ ਆਪਣੇ ਪਹਿਰੇ ਉੱਤੇ ਖੜੇ ਹੋਏ ਹਰੀ ਚੰਦ ਨੇ ਵੀ ਰਾਣੀ ਦੀ ਆਵਾਜ਼ ਨੂੰ ਸੁਣ ਲਿਆ ਅਤੇ ਸਾਰਾ ਭੇਤ ਸਮਝ ਲਿਆ, ਪਰ ਆਪਣੇ ਸਵਾਮੀ ਦੀ ਨਮਕ ਹਲਾਲੀ ਕਰਨ ਵਾਸਤੇ ਹਰੀ ਚੰਦ ਨੇ ਆਣ ਕੇ ਰਾਣੀ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਜਿੰਨਾ ਚਿਰ ਅੱਧਾ ਕਫਨ ਨਹੀਂ ਦੇਵੇਂਗੀ, ਮੈਂ ਫੂਕਣ ਨਹੀਂ ਦਊਂਗਾ। ਰਾਣੀ ਨੇ ਕਿਹਾ, ਨਾਥ ਹੀ ਆਪਦਾ ਬਾਲਕ ਹੈ ਅਤੇ ਮੇਰੇ ਪਾਸ ਕਫਨ ਨਹੀਂ ਹੈ। ਮੈਂ ਇਸ ਨੂੰ ਆਪਣੇ ਕੱਪੜੇ ਵਿੱਚ ਲਪੇਟ ਕੇ ਲਿਆਈ ਹਾਂ। ਜਿੰਨਾ ਕੁ ਮੇਰਾ ਫਰਜ਼, ਓਨਾ ਹੀ ਆਪਦਾ ਵੀ ਧਰਮ ਹੈ ਇਸ ਬੱਚੇ ਦੀ ਸੇਵਾ ਕਰਨ ਦੇ। ਅਸੀਂ ਦੋਵੇਂ ਹੀ ਇੱਕੋ ਜਿਹੇ ਹੱਕਦਾਰ ਹਾਂ। ਜਦ ਇਸ ਨੂੰ ਕਫਨ ਨਸੀਬ ਹੀ ਨਹੀਂ ਹੋਇਆ ਤਾਂ ਆਪ ਇੰਨੀ ਲੜਾਈ ਕਿਉਂ ਕਰ ਰਹੇ ਹੋ? ਹਰੀ ਚੰਦ ਨੇ ਕਿਹਾ, ਸੈਬਿਆ, ਤੂੰ ਸਤਵੰਤੀ ਹੈ। ਵੇਖ, ਮੇਰਾ ਸਵਾਮੀ ਧਰਮ ਨਸ਼ਟ ਹੁੰਦਾ ਹੈ। ਇਸ ਕਠਨ ਕਰਤੱਵਿਆ ਪਾਲਣ ਉੱਤੇ ਖੜਾ ਹਾਂ। ਉਸ ਦੇ ਪੂਰਾ ਕਰਨ ਵਿੱਚ ਸਹਾਇਤਾ ਦੇਣੀ ਤੇਰਾ ਵੀ ਫਰਜ਼ ਹੈ। ਮੈਂ ਆਪਣੇ ਸਵਾਮੀ ਚੰਡਾਲ ਦੀ ਆਗਿਆ ਪਾਲਣ ਵੱਲੋਂ ਕਦੇ
ਗਫਲਤ ਨਹੀਂ ਕਰਾਂਗਾ। ਤੂੰ ਛੇਤੀ ਨਾਲ ਇਹਦਾ ਅੱਧਾ ਖੱਪਣ ਦੇ ਕੇ ਇਹਦੀ ਦਾਇ ਕਿਰਿਆ ਕਰ ਦੇ। ਜੇਕਰ ਦਿਨ ਚੜ੍ਹਦੇ ਕਿਸੇ ਨੇ ਅਸਾਂ ਦੋਵਾਂ ਨੂੰ ਇਕੱਠਾ ਖੜਾ ਵੇਖ ਲਿਆ ਤਾਂ ਫਿਰ ਇਹ ਨਿੰਦਾ ਦਾ ਕਾਰਨ ਹੋ ਜਾਏਗਾ। ਰਾਜੇ ਨੇ ਉਹਨੂੰ ਮੁਰਦਾ ਨਹੀਂ ਫੂਕਣ ਦਿੱਤਾ। ਉਹ ਵਿਚਾਰੀ ਮਮਤਾ ਦੀ ਮਾਰੀ ਮੁਰਦਾ ਪੁੱਤਰ ਨੂੰ ਗੋਦੀ ਵਿੱਚ ਲੈ ਕੇ ਮਸਾਣਾ ਤੋਂ ਬਾਹਰ ਬੈਠੀ ਸੀ। ਉਧਰੋਂ ਚੋਰਾਂ ਦੀ ਟੋਲੀ ਆ ਗਈ। ਉਹਨਾਂ ਵੇਖਿਆ ਇੱਕ ਮਾਈ ਮੁਰਦਾ ਲੈ ਕੇ ਅੱਖਾਂ ਮੀਟ ਕੇ ਬੈਠੀ ਏ ਤੇ ਅੱਖਾਂ ਵਿੱਚੋਂ ਹੰਝੂਆਂ ਦੀ ਧਾਰਾ ਵਗ ਰਹੀ ਏ। ਉਹਨਾਂ ਦੇ ਸ਼ਰਧਾਲੂ ਮਨ ਨੇ ਫੈਸਲਾ ਕਰ ਲਿਆ ਕਿ ਮੁਰਦਾ ਬਾਹਰਲੀ ਤਿਰੜਾਲੀ ਭਵਾਨੀ ਹੈ। ਇਸ ਲਈ ਉਹਨਾਂ ਨੇ ਚੋਰੀ ਦੇ ਮਾਲ ਵਿੱਚੋਂ ਇੱਕ ਸੁੱਚੇ ਮੋਤੀਆਂ ਦਾ ਹਾਰ ਉਹਦੇ ਗਲ ਵਿੱਚ ਪਾ ਦਿੱਤਾ ਤੇ ਆਪ ਤੁਰਦੇ ਹੋਏ। ਪਰ ਅਸਲ ਵਿੱਚ ਇਹ ਕਾਰ ਵੀ ਵਿਸ਼ਵਾਮਿੱਤਰ ਦੀ ਸੀ। ਦਿਨ ਚੜ੍ਹੇ ਰਾਜੇ ਦੇ ਸਿਪਾਹੀਆਂ ਨੇ ਹਾਰ ਸਮੇਤ ਸੱਭਿਆ ਰਾਣੀ ਨੂੰ ਫੜ ਲਿਆ ਤੇ ਰਾਜੇ ਦੇ ਪੇਸ਼ ਕੀਤਾ, ਜਿੱਥੋਂ ਉਸਨੂੰ ਕਤਲ ਕਰ ਦੇਣ ਦੀ ਸਜ਼ਾ ਹੋਈ। ਇਹ ਕਤਲ ਕਰਨ ਦਾ ਕੰਮ ਵੀ ਕਾਲੂ ਚੰਡਾਲ ਕਰਿਆ ਕਰਦਾ ਸੀ, ਜੋ ਅੱਜ ਹਰੀ ਚੰਦ ਨੂੰ ਕਰਨਾ ਪਿਆ। ਇੱਕ ਪਾਸੇ ਮੁਰਦਾ ਪੁੱਤਰ ਦੀ ਲੋਥ ਸਾਹਮਣੇ ਪਈ ਹੈ, ਦੂਜੇ ਪਾਸੇ ਸੰਗਲਾਂ ਵਿੱਚ ਬੱਧੀ ਹੋਈ ਰਾਣੀ ਕਤਲ ਕਰਨ ਵਾਸਤੇ ਸਾਹਮਣੇ ਖੜੀ ਹੈ। ਇਹ ਕੁਝ ਵੇਖ ਕੇ ਰਾਜਾ ਆਪਣੇ ਧਰਮ ਦਾ ਬੱਧਾ ਤਲਵਾਰ ਲੈ ਕੇ ਰਾਣੀ ਨੂੰ ਕਤਲ ਕਰਨ ਲੱਗਾ। ਜਿਸ ਵੇਲੇ ਉਸਨੇ ਤਲਵਾਰ ਉਲਾਰੀ ਤਾਂ ਕਿਸੇ ਗੁਪਤ ਹੱਥਾਂ ਨੇ ਉਸਦੇ ਹੱਥ ਨੂੰ ਫੜ ਲਿਆ। ਉੱਥੇ ਮਹਾਨ ਉਜਾਲਾ ਹੋ ਗਿਆ। ਉਹ ਮਸਾਣ ਘਾਟ ਇੱਕ ਸਵਰਗ ਦਾ ਨਮੂਨਾ ਬਣ ਗਿਆ। ਆਪ ਭਗਵਾਨ ਪ੍ਰਗਟ ਹੋ ਗਏ ਤੇ ਕੱਪਟ ਨਾਟਕ ਦਾ ਖੇਲ ਖਤਮ ਹੋ ਗਿਆ। ਸ਼ੋਕ ਸਦਾ ਦੇ ਵਾਸਤੇ ਦੂਰ ਹੋ ਗਿਆ। ਇੰਦਰ, ਵਿਸ਼ਵਾਮਿੱਤਰ, ਧਰਮਰਾਜ ਤੇ ਸਤਿਆ ਆਦਿਕ ਸਾਰੇ ਦੇਵਤੇ ਉੱਥੇ ਹਾਜ਼ਰ ਹੋ ਗਏ। ਇੰਦਰ ਨੇ ਹਰੀ ਚੰਦ ਕੋਲੋਂ ਅਨੇਕ ਤਰ੍ਹਾਂ ਦੇ ਦੁੱਖ ਤਕਲੀਫਾਂ ਦੀ ਮਾਫੀ ਮੰਗੀ ਤੇ ਕਿਹਾ, ਮਹਾਰਾਜ, ਇਹ ਸਾਰੀ ਮੇਰੀ ਦੁਸ਼ਟਤਾ ਸੀ, ਪਰ ਇਸ ਵਿੱਚ ਵੀ ਆਪ ਜੀ ਦਾ ਸੁਜਸ ਹੀ ਹੋਇਆ ਹੈ। ਸਵਰਗ ਲੋਕ ਤਾਂ ਕਿਤੇ ਰਿਹਾ, ਆਪਣੇ ਸਤਿਆ ਦੇ ਪ੍ਰਤਾਪ ਕਰਕੇ ਬ੍ਰਹਮ ਪਦ ਪਾ ਲਿਆ ਹੈ। ਆਪ ਦੀ ਰੱਖਿਆ ਵਾਸਤੇ ਸ਼ਿਵ ਜੀ ਨੇ ਭੈਰਵਨਾਥ ਨੂੰ ਆਗਿਆ ਦਿੱਤੀ ਸੀ। ਭੈਰਵ ਜੀ ਪੰਡਤ ਬਣੇ ਸਨ। ਧਰਮ ਨੇ ਆਪ ਦੇ ਵਾਸਤੇ ਚੰਡਾਲ ਦਾ ਸਵਾਂਗ ਧਾਰਿਆ ਤੇ ਸਤਿਆ ਨੇ ਆਪ ਦੇ ਸਬੱਬ ਹੀ ਬੇਤਾਲ ਦਾ ਰੂਪ ਧਾਰਿਆ। ਨਾ ਤੁਸੀਂ ਵਿਕਿਓ ਨਾ ਦਾਸ ਹੋਏ ਸਾਰਾ ਖੇਲ ਸ਼੍ਰੀ ਨਾਰਾਇਣ ਜੀ ਦੀ ਪ੍ਰੇਰਨਾ ਨਾਲ ਕੇਵਲ ਤੁਹਾਡੇ ਸੁਜਸ ਨੂੰ ਵਧਾਉਣ ਵਾਸਤੇ ਹੀ ਕੀਤਾ ਗਿਆ ਸੀ। ਵਿਸ਼ਵਾਮਿੱਤਰ ਨੇ ਰਾਜ ਮੋੜ ਦਿੱਤਾ। ਭਗਵਾਨ ਨੇ ਰੋਹਿਤਾਸ ਨੂੰ ਜੀਵਨ ਦਾਨ ਦਿੱਤਾ ਤੇ ਹਰੀ ਚੰਦ ਨੇ ਨਿਮਰਤਾ ਨਾਲ ਕਿਹਾ, ਆਪ ਜੀ ਦੇ ਦਰਸ਼ਨਾਂ ਤੋਂ ਵੱਧ ਕੇ ਹੋਰ ਕਿਹੜੀ ਵਸਤੂ ਹੈ ਜੋ ਮੰਗਾ? ਮੈਨੂੰ ਸਭ ਕੁਝ ਮਿਲ ਗਿਆ। ਹੁਣ ਕੋਈ ਹੋਰ ਕਾਮਨਾ ਨਹੀਂ ਰਹੀ। ਪਰ ਭਗਵਾਨ ਨੂੰ ਵਰ ਦਿੱਤੇ ਬਿਨਾਂ ਚੈਨ ਨਹੀਂ। ਉਹਨਾਂ ਨੇ ਮੁੜ ਕੇ ਵਰ ਮੰਗਣ ਲਈ ਕਿਹਾ ਤਾਂ ਹਰੀ ਚੰਦ ਨੇ ਪ੍ਰਾਰਥਨਾ ਕੀਤੀ, ਹੇ ਭਗਵਾਨ, ਮੇਰੀ ਸਾਰੀ ਨਗਰੀ ਬੈਕੁੰਠ ਨੂੰ ਜਾਵੇ ਤੇ ਧਰਤੀ ਉੱਤੇ ਸਤਿਆ ਦੀ ਪ੍ਰਤਿਸ਼ਠਾ ਹੋਵੇ। ਐਸਾ ਹੀ ਹੋਵੇਗਾ ਕਹਿ ਕੇ ਪ੍ਰਭੂ ਅਲੋਪ ਹੋ ਗਏ। ਰਾਜਾ ਹਰੀ ਚੰਦੌਰੀ। ਹਰ ਚੰਦੌਰੀ ਬਨ ਹਰ ਪਾਤ ਰੇ, ਇਹ ਤੁਹਾਰੋ ਬੀਤ। ਧਨਾਸਰੀ ਮਹੱਲਾ ਪੰਜਵਾਂ। ਜਦ ਰਾਜਾ ਹਰੀ ਚੰਦ ਜੀ ਬੈਕੁੰਠ ਨੂੰ ਜਾਣ ਲੱਗੇ ਤਾਂ ਸਾਰੀ ਨਗਰੀ ਵੀ ਇਹਨਾਂ ਦੇ ਨਾਲ ਚੱਲੀ। ਵਾਹਿਗੁਰੂ ਦੀ ਨੀਤ ਉਸ ਵੇਲੇ ਉੱਪਰ ਨੂੰ ਉੱਡੀ ਜਾਂਦੀ ਨਗਰੀ ਵਿੱਚ ਖੋਤਾ ਬੋਲ ਪਿਆ। ਉਹਦੀ ਆਵਾਜ਼ ਸੁਣ ਕੇ ਹਰੀ ਚੰਦ ਜੀ ਨੂੰ ਹੰਕਾਰ ਹੋ ਗਿਆ ਕਿ ਮੇਰੇ ਸਤਿਆ ਦੇ ਪ੍ਰਤਾਪ ਹੋਣ ਕਰਕੇ ਖੋਤੇ ਵੀ ਬੈਕੁੰਠ ਨੂੰ ਜਾ ਰਹੇ ਹਨ। ਇੱਕ ਹੰਕਾਰ ਹੁੰਦੇ ਹੀ ਹਰ ਜੀ ਹੰਕਾਰ ਨਾ ਪਾਵਈ। ਪ੍ਰਭੂ ਨੇ ਹੁਕਮ ਦਿੱਤਾ, ਇਸ ਨਗਰੀ ਨੂੰ ਉੱਪਰ ਨਾ ਲਿਆਓ। ਹੁਕਮ ਹੁੰਦੇ ਹੀ ਉਹ ਨਗਰੀ ਉੱਥੇ ਹੀ ਰੁਕ ਗਈ, ਜੋ ਅੱਜ ਤੱਕ ਅੱਧੇ ਆਸਮਾਨ ਵਿੱਚ ਰੁਕੀ ਹੋਈ ਹੈ ਤੇ ਹਵਾ ਦੇ ਵੇਗ ਨਾਲ ਕਦੀ ਕਿਤੇ ਤੇ ਕਦੀ ਕਿਤੇ ਫਿਰਦੀ ਰਹਿੰਦੀ ਹੈ। ਇਸ ਦਾ ਨਾਮ ਹਰੀ ਚੰਦੌਰੀ ਜਾਂ ਗੰਧਰਵ ਨਗਰੀ ਵੀ ਕਿਹਾ ਜਾਂਦਾ ਹੈ। ਇਸ ਦਾ ਨਾਮ ਹਰੀ ਚੰਦੌਰੀ ਹੈ। ਇਵੇਂ ਹੀ ਮਾਇਆ ਅਤੇ ਜਗਤ ਦਾ ਜੀਵਨ ਇੱਕ ਸਾਰ ਸਥਿਰ ਨਹੀਂ ਹੈ। ਯਥਾ ਹਰੀ ਚੰਦੌਰੀ ਚਿੱਤ ਭਰਮ ਸਖੀਏ, ਮ੍ਰਿਗ ਤ੍ਰਿਸ਼ਨਾ ਧਰਮ ਛਾਇਆ, ਚੰਚਲ ਸੰਗ ਨ ਚਾਲਤੀ ਸਖੀਏ, ਅੰਤ ਤਜੇ ਜਾਵਤ ਮਾਇਆ। ਬਿਲਾਵਲ ਮਹੱਲਾ ਪੰਜਵਾਂ।